ਤਾਂ ਅੱਜ ਆਪਾਂ ਗੱਲ ਕਰਾਂਗੇ ਸੁਰਜੀਤ ਪਾਤਰ ਦੀ ਇੱਕ ਬਹੁਤ ਹੀ ਡੂੰਗੀ ਕਵਿਤਾ ਤੇ ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਹੈ। ਦੇਖੋ, ਇਹ ਸਿਰਫ ਕੁਝ ਸ਼ਬਦ ਨਹੀਂ ਨੇ, ਇਹ ਇੱਕ ਅਹਿਸਾਸ ਹੈ, ਇੱਕ ਚੀਖ ਹੈ। ਇਹ ਉਸ ਸਦਮੇ ਦੀ ਕਹਾਣੀ ਹੈ ਜਿਸ ਤੋਂ ਬਾਅਦ ਇਨਸਾਨ ਲਈ ਆਪਣੇ ਹੀ ਘਰ, ਆਪਣੀ ਹੀ ਪਹਿਚਾਨ ਕੋਲ ਵਾਪਸ ਜਾਣਾ ਲਗਭਗ ਨਾਮੁਮਕਿਨ ਹੋ ਜਾਂਦਾ ਹੈ। ਚਲੋ ਫਿਰ ਇਸ ਕਵਿਤਾ ਦੇ ਅੰਦਰ ਡੂੰਘਾਈ 'ਚ ਉਤਰ ਕੇ ਦੇਖਦੇ ਹਾਂ। ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਹੈ। ਇਹ ਸਿਰਫ ਸਿਰਲੇਖ ਨਹੀਂ ਹੈ, ਇੱਕ ਐਲਾਨ ਹੈ, ਇੱਕ ਫੈਸਲਾ ਸੁਣਾ ਦਿੱਤਾ ਗਿਆ ਹੈ। ਇਹ ਲਾਈਨ ਸਾਨੂੰ ਦੱਸਦੀ ਹੈ ਕਿ ਅਸੀਂ ਇੱਕ ਅਜਿਹੇ ਸਫ਼ਰ ਤੇ ਨਿਕਲ ਰਹੇ ਹਾਂ ਜਿੱਥੋਂ ਵਾਪਸੀ ਦਾ ਕੋਈ ਰਾਹ ਹੀ ਨਹੀਂ ਬਚਿਆ। ਸਾਰੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਚੁੱਕੇ ਨੇ। ਤਾਂ ਪਹਿਲਾ ਹਿੱਸਾ, ਸ਼ੀਸ਼ੇ ਵਿੱਚ ਇੱਕ ਅਜਨਬੀ। ਕਦੇ ਸੋਚ ਕੇ ਦੇਖਿਆ ਕਿ ਜਦੋਂ ਕੋਈ ਸ਼ੀਸ਼ੇ 'ਚ ਦੇਖੇ ਤੇ ਕਹੇ, ਇਹ ਮੈਂ ਨਹੀਂ ਹਾਂ, ਤਾਂ ਉਸ ਵੇਲੇ ਕੀ ਬੀਤਦੀ ਹੋਵੇਗੀ? ਪਾਤਰ ਸਾਹਿਬ ਸਾਨੂੰ ਉਸੇ ਤਕਲੀਫ ਦੇ ਅਹਿਸਾਸ ਦੇ ਰੂਬਰੂ ਕਰਵਾਉਂਦੇ ਨੇ। ਸ਼ੀਸ਼ੇ ਵਿੱਚੋਂ ਹੋਰ ਕੋਈ ਝਾਕਦਾ ਹੈ। ਬਸ ਇਹ ਲਾਈਨ ਸਭ ਕੁਝ ਬਦਲ ਦਿੰਦੀ ਹੈ। ਇੱਥੇ ਆ ਕੇ ਨਾ ਕਵੀ ਦੀ ਆਪਣੀ ਪਹਿਚਾਨ ਹੀ ਖੁਰ ਜਾਂਦੀ ਹੈ। ਜਿਹੜਾ ਚਿਹਰਾ ਸ਼ੀਸ਼ੇ 'ਚ ਦਿਸ ਰਿਹਾ, ਉਹ ਆਪਣਾ ਨਹੀਂ ਲੱਗਦਾ, ਬਿਲਕੁਲ ਅਜਨਬੀ। ਇਹ ਸਿਰਫ ਕੋਈ ਬਾਹਰੀ ਬਦਲਾਵ ਨਹੀਂ, ਇਹ ਤਾਂ ਅੰਦਰੋਂ ਰੂਹ ਦੇ ਪੱਧਰ ਤੇ ਟੁੱਟਣ ਦੀ ਗੱਲ ਹੈ। ਤਾਂ ਦੇਖੋ ਫਰਕ ਕਿੰਨਾ ਵੱਡਾ ਹੈ। ਪਹਿਲਾਂ ਜਿਹੜਾ ਚਿਹਰਾ ਆਪਣਾ ਪਣ ਦਿੰਦਾ ਸੀ, ਹੁਣ ਤਾਂ ਉਹ ਇੱਕ ਨਕਸ਼ਾ ਬਣ ਗਿਆ ਹੈ। ਇੱਕ ਅਜਿਹਾ ਨਕਸ਼ਾ ਜਿਸ ਤੇ ਸਿਰਫ ਦਰਦ ਤੇ ਸਦਮੇ ਦੇ ਨਿਸ਼ਾਨ ਨੇ। ਮੱਥੇ ਤੇ ਜਿਵੇਂ ਮੌਤ ਨੇ ਦਸਤਖਤ ਕਰ ਦਿੱਤੇ ਹੋਣ ਤੇ ਚਿਹਰੇ ਤੇ ਵਿਛੜੀਆਰਾਂ ਦੀਆਂ ਪੈੜਾਂ ਛਪੀਆਂ ਹੋਈਆਂ ਨੇ। ਸੋਚ ਕੇ ਦੇਖੋ, ਅਜਿਹੇ ਚਿਹਰੇ ਨੂੰ ਭਲਾ ਕੌਣ ਪਛਾਣੇਗਾ? ਤੇ ਫਿਰ ਗੱਲ ਆਉਂਦੀ ਹੈ ਅੱਖਾਂ ਦੀ। ਕਿਹਾ ਜਾਂਦਾ ਹੈ ਨਾ ਕਿ ਅੱਖਾਂ ਰੂਹ ਦਾ ਸ਼ੀਸ਼ਾ ਹੁੰਦੀਆਂ ਨੇ, ਹੈ ਨਾ? ਪਰ ਇੱਥੇ ਅੱਖਾਂ 'ਚ ਇੱਕ ਕੋਰੀ ਲਿਸ਼ਕ ਹੈ, ਠੰਡੀ ਜੀ ਚਮਕ। ਪਾਤਰ ਸਾਹਿਬ ਕਹਿੰਦੇ ਨੇ ਜਿਵੇਂ ਕਿਸੇ ਠੱਠੇ ਘਰ ਦੀ ਛੱਤ ਹੋਵੇ। ਮਤਲਬ ਹੁਣ ਉੱਥੇ ਕੋਈ ਜ਼ਿੰਦਗੀ ਨਹੀਂ, ਕੋਈ ਪਨਾਹ ਨਹੀਂ, ਸਿਰਫ ਤੇ ਸਿਰਫ ਬਰਬਾਦੀ ਦਾ ਸਬੂਤ ਬਚਿਆ ਹੈ। ਤਾਂ ਸਵਾਲ ਇਹੀ ਉੱਠਦਾ ਹੈ ਕਿ ਜਦੋਂ ਕਿਸੇ ਦਾ ਆਪਣਾ ਚਿਹਰਾ ਹੀ ਉਹਦੇ ਦੇਖੇ ਹੋਏ ਖੌਫ ਦਾ ਮਖੌਟਾ ਬਣ ਜਾਵੇ ਤਾਂ ਕੀ ਹੁੰਦਾ ਹੈ? ਆਖਿਰ ਐਸਾ ਹੋਇਆ ਕੀ? ਉਹ ਕਿਹੜੀਆਂ ਯਾਦਾਂ ਨੇ ਜਿਨ੍ਹਾਂ ਨੇ ਕਵੀ ਨੂੰ ਇਸ ਹਾਲਤ 'ਚ ਪਹੁੰਚਾ ਦਿੱਤਾ? ਚਲੋ ਹੁਣ ਇਸ ਦਾ ਜਵਾਬ ਲੱਭਦੇ ਹਾਂ। ਤਾਂ ਆ ਗਏ ਆਪਾਂ ਦੂਜੇ ਹਿੱਸੇ ਤੇ, ਡਰਾਉਣੀਆਂ ਯਾਦਾਂ। ਹੁਣ ਅਸੀਂ ਉਹਨਾਂ ਕਾਰਣਾਂ ਨੂੰ ਸਮਝਾਂਗੇ ਜਿਨ੍ਹਾਂ ਨੇ ਕਵੀ ਨੂੰ ਬਦਲ ਕੇ ਰੱਖ ਦਿੱਤਾ। ਇਹ ਸਿਰਫ ਯਾਦਾਂ ਨਹੀਂ, ਇਹ ਉਹ ਦ੍ਰਿਸ਼ ਨੇ, ਉਹ ਮੰਜ਼ਰ ਨੇ ਜਿਨ੍ਹਾਂ ਨੂੰ ਸ਼ਾਇਦ ਸ਼ਬਦਾਂ 'ਚ ਬਿਆਨ ਕਰਨਾ ਵੀ ਨਾਮੁਮਕਿਨ ਹੈ। ਸਿੱਧੀ ਜੀ ਗੱਲ ਹੈ, ਕਵੀ ਦੇ ਮਨ 'ਚ ਕੁਝ ਅਜਿਹਾ ਵਸ ਗਿਆ ਹੈ, ਕੁਝ ਅਜਿਹੇ ਖੌਫਨਾਕ ਦ੍ਰਿਸ਼ ਜਿਨ੍ਹਾਂ ਨੇ ਉਸਨੂੰ ਅੰਦਰੋਂ ਬਾਹਰੋਂ ਬਦਲ ਦਿੱਤਾ। ਇਹ ਉਹ ਤਸਵੀਰਾਂ ਨੇ ਜਿਨ੍ਹਾਂ ਨੇ ਉਹਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਤਾਂ ਕੀ ਸੀ ਉਹ ਸਭ? ਦੇਖਦੇ ਹਾਂ। ਸਭ ਤੋਂ ਪਹਿਲਾਂ ਇੱਕ ਆਦਮੀ ਜਿਹੜਾ ਆਪਣੀ ਹੀ ਲਾਸ਼ ਚੁੱਕੀ ਫਿਰਦਾ ਹੈ। ਸੋਚੋ, ਇੱਕ ਜਿਉਂਦਾ ਇਨਸਾਨ ਪਰ ਅੰਦਰੋਂ ਮੁਰਦਾ। ਇਹ ਤਾਂ ਜਿਉਂਦੇ ਜੀ ਮਰ ਜਾਣ ਦਾ ਸਭ ਤੋਂ ਵੱਡਾ ਸਬੂਤ ਹੈ। ਉਸ ਵੇਲੇ ਦੀ ਭਿਆਨਕਤਾ ਇਸ ਇੱਕ ਤਸਵੀਰ 'ਚ ਕੈਦ ਹੈ। ਅਗਲਾ ਦ੍ਰਿਸ਼ ਤਾਂ ਹੋਰ ਵੀ ਦਿਲ ਕੰਬਾ ਦੇਣ ਵਾਲਾ ਹੈ। ਇੱਕ ਪਤਨੀ ਆਪਣੇ ਪਤੀ ਦੇ ਅਜੇ ਬਲਦੇ ਹੋਏ ਸਿਵੇ ਤੇ ਖਾਣਾ ਪਕਾ ਰਹੀ ਹੈ। ਮਤਲਬ ਕਿ ਨਿਰਾਸ਼ਾ ਤੇ ਭੁੱਖ ਇਸ ਹੱਦ ਤੱਕ ਪਹੁੰਚ ਗਈ ਕਿ ਮਨੁੱਖਤਾ ਹੀ ਖਤਮ ਹੋ ਗਈ। ਸਾਰੇ ਰਿਸ਼ਤੇ, ਸਾਰੀਆਂ ਰਸਮਾਂ ਸਭ ਬੇਮਾਨਾ ਹੋ ਗਏ। ਤੇ ਫਿਰ ਆਖਰੀ ਦ੍ਰਿਸ਼ ਜੋ ਸਭ ਕੁਝ ਤੋੜ ਦਿੰਦਾ ਹੈ। ਰੱਬ, ਜਿਸਨੂੰ ਅਸੀਂ ਰਖਵਾਲਾ ਮੰਨਦੇ ਹਾਂ, ਉਹ ਇਨਸਾਨਾਂ ਦੇ ਬਲਦੇ ਸਿਵਿਆਂ ਤੇ ਆਪਣੇ ਹੱਥ ਸੇਕ ਰਿਹਾ। ਸੋਚੋ, ਇਸ ਤੋਂ ਵੱਡਾ ਵਿਸ਼ਵਾਸਘਾਤ ਕੀ ਹੋ ਸਕਦਾ ਹੈ? ਇਹ ਉਸ ਪਲ ਦੀ ਗੱਲ ਹੈ ਜਦੋਂ ਸਾਰਾ ਭਰੋਸਾ, ਸਾਰੀ ਆਸ ਟੁੱਟ ਜਾਂਦੀ ਹੈ, ਜਦੋਂ ਬਚਾਉਣ ਵਾਲਾ ਹੀ ਤਬਾਹੀ ਦੇਖ ਕੇ ਨਿੱਘ ਮਾਣ ਰਿਹਾ ਹੋਵੇ। ਤਾਂ ਫਿਰ ਇਹ ਸਭ ਦੇਖਣ ਤੋਂ ਬਾਅਦ ਇੱਕੋ ਸਵਾਲ ਬਚਦਾ ਹੈ ਕਿ ਜਿਨ੍ਹਾਂ ਅੱਖਾਂ ਨੇ ਇੰਨਾ ਕੁਝ ਦੇਖ ਲਿਆ ਹੋਵੇ, ਇੰਨੇ ਦੁਖਾਂਤ, ਉਹ ਅੱਖਾਂ ਆਪਣੀ ਮਾਸੂਮ ਬਚਪਨ ਦੀ ਤਸਵੀਰ ਨਾਲ ਅੱਖਾਂ ਕਿਵੇਂ ਮਿਲਾ ਸਕਦੀਆਂ ਨੇ? ਇਹ ਸਵਾਲ ਹੀ ਅੱਜ ਤੇ ਕੱਲ੍ਹ ਦੇ ਵਿਚਕਾਰ ਇੱਕ ਐਸੀ ਕੰਧ ਖੜੀ ਕਰ ਦਿੰਦਾ ਹੈ ਜਿਸ ਨੂੰ ਕਦੇ ਪਾਰ ਨਹੀਂ ਕੀਤਾ ਜਾ ਸਕਦਾ। ਇਸ ਟੁੱਟ-ਭੱਜ ਦਾ ਸਿੱਧਾ ਅਸਰ ਪੈਂਦਾ ਹੈ ਘਰ ਵਾਪਸੀ ਦੇ ਖਿਆਲ ਤੇ। ਸੋ ਸਾਡਾ ਤੀਜਾ ਹਿੱਸਾ ਐਸੇ ਬਾਰੇ ਹੈ, ਪਿੱਛੇ ਛੁੱਟ ਗਈ ਮਾਸੂਮੀਅਤ। ਹੁਣ ਗੱਲ ਹੋਵੇਗੀ ਕਵੀ ਦੇ ਬਦਲੇ ਹੋਏ ਮਨ ਅਤੇ ਉਸਦੇ ਘਰ ਦੇ ਵਿਚਕਾਰਲੇ ਫਾਸਲੇ ਦੀ। ਉਹ ਘਰ ਜਿਹੜਾ ਉੱਥੇ ਹੀ ਖੜਾ ਹੈ ਜਿਵੇਂ ਪਹਿਲਾਂ ਸੀ। ਇਸ ਲਈ ਘਰ ਜਾਣਾ ਹੁਣ ਕੋਈ ਖੁਸ਼ੀ ਵਾਲੀ ਗੱਲ ਨਹੀਂ, ਸਗੋਂ ਇੱਕ ਡਰ ਹੈ। ਉਹ ਸੋਚਦਾ ਹੈ ਕਿ ਉਸਦੀ ਮਾਂ, ਉਹ ਤਾਂ ਡਰ ਹੀ ਜਾਵੇਗੀ। ਉਸਨੂੰ ਲੱਗੇਗਾ ਕਿ ਇਹ ਮੇਰਾ ਪੁੱਤ ਮੇਰੇ ਤੋਂ ਵੀ ਵੱਡਾ ਕਿਵੇਂ ਹੋ ਗਿਆ। ਕੋਈ ਪੁਰਾਣਾ ਯਾਰ ਬੇਲੀ ਮਿਲੇਗਾ ਤਾਂ ਬਸ ਇੱਕ ਮਰ ਚੁੱਕੇ ਪਿਆਰ ਦੀ ਯਾਦ ਆਵੇਗੀ, ਹੋਰ ਕੁਝ ਨਹੀਂ। ਉਹ ਰੋਣਾ ਚਾਹੁੰਦਾ ਹੈ, ਪਰ ਹੰਝੂ ਵੀ ਜਿਵੇਂ ਸੁੱਕ ਗਏ ਹੋਣ, ਕਿਸੇ ਹੋਰ ਕੋਟ 'ਚ ਹੀ ਰਹਿ ਗਏ ਹੋਣ। ਤੇ ਤਾਂ ਹੋਰ ਦੇਖੋ, ਆਪਣੀ ਚਾਚੀ ਦੀਆਂ ਦੁਆਵਾਂ ਵੀ ਉਹ ਲੈ ਨਹੀਂ ਸਕਦਾ ਕਿਉਂਕਿ ਮਨ 'ਚ ਤਾਂ ਹਨੇਰਾ ਹੀ ਹਨੇਰਾ ਹੈ। ਤੇ ਇਹ ਡਰ
ਖਾਸ ਕਰਕੇ ਮਾਂ ਦਾ ਡਰ ਸਭ ਤੋਂ ਵੱਡਾ ਹੈ। ਉਹ ਸੋਚਦਾ ਹੈ ਕਿ ਮਾਂ ਕਹੇਗੀ, ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ, ਇਹ ਕਿਹੜੇ ਸਾਧੂ ਦਾ ਸਰਾਪ ਹੈ। ਇਹ ਲਾਈਨ ਦੱਸਦੀ ਹੈ ਕਿ ਕਵੀ ਅੰਦਰੋਂ ਕਿੰਨਾ ਬਦਲ ਗਿਆ ਹੈ। ਉਹ ਆਪਣੇ ਪਰਿਵਾਰ ਲਈ ਵੀ ਇੱਕ ਪਹੇਲੀ ਬਣ ਗਿਆ ਹੈ, ਇੱਕ ਅਜਨਬੀ। ਚਲੋ ਹੁਣ ਪਹੁੰਚਦੇ ਹਾਂ ਕਵਿਤਾ ਦੇ ਆਖਰੀ ਪੜਾਅ ਤੇ, ਆਪਣੇ ਹੀ ਘਰ ਵਿੱਚ ਇੱਕ ਜਾਸੂਸ। ਇਹ ਉਹ ਥਾਂ ਹੈ ਜਿੱਥੇ ਕਵੀ ਨੂੰ ਸਮਝ ਆਉਂਦਾ ਹੈ ਕਿ ਉਹ ਹੁਣ ਹਮੇਸ਼ਾ ਲਈ ਇਕੱਲਾ ਹੈ। ਭਾਵੇਂ ਉਹ ਘਰ 'ਚ ਹੀ ਕਿਉਂ ਨਾ ਹੋਵੇ, ਪਰ ਉਹ ਹੁਣ ਉਸ ਘਰ ਦਾ ਹਿੱਸਾ ਨਹੀਂ ਰਿਹਾ। ਇੱਥੇ ਨਾ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਅਸਲ ਡਰ ਇਹ ਨਹੀਂ ਕਿ ਕੋਈ ਪਹਿਚਾਨੇਗਾ ਨਹੀਂ, ਸਭ ਤੋਂ ਵੱਡਾ ਡਰ ਤਾਂ ਇਸ ਗੱਲ ਦਾ ਹੈ ਕਿ ਜੇ ਕਿਸੇ ਨੇ ਸੱਚਮੁੱਚ ਉਸ ਦੇ ਅੰਦਰ ਦੇਖ ਲਿਆ ਤਾਂ, ਜੇ ਕਿਸੇ ਨੇ ਉਸ ਦੇ ਮਨ ਨੂੰ ਪੜ੍ਹ ਲਿਆ ਤਾਂ ਕੀ ਹੋਵੇਗਾ। ਤੇ ਕਵਿਤਾ ਦੀਆਂ ਇਹ ਸਤਰਾਂ ਸਭ ਕੁਝ ਸਾਫ਼ ਕਰ ਦਿੰਦੀਆਂ ਨੇ। ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ, ਬਹੁਤ ਰਹਿ ਜਾਵਾਂਗਾ ਕੱਲਾ। ਮਤਲਬ ਸਾਫ਼ ਹੈ, ਉਸ ਨੂੰ ਪਤਾ ਹੈ ਕਿ ਉਸ ਦੇ ਅੰਦਰ ਜੋ ਸੱਚ ਹੈ ਉਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਕਰਕੇ ਹੁਣ ਕੋਈ ਵੀ ਸੱਚਾ ਰਿਸ਼ਤਾ, ਕੋਈ ਵੀ ਆਪਣਾਪਣ ਨਾਮੁਮਕਿਨ ਹੈ। ਤੇ ਅਖੀਰ ਵਿੱਚ ਕਵਿਤਾ ਇਸ ਇੱਕ ਲਾਈਨ ਤੇ ਆ ਕੇ ਆਪਣੇ ਸਿਖਰ ਤੇ ਪਹੁੰਚਦੀ ਹੈ, ਜਿਹੜੀ ਉਸ ਦੀ ਪੂਰੀ ਹਾਲਤ ਨੂੰ ਬਿਆਨ ਕਰਦੀ ਹੈ। ਉਹ ਆਪਣੇ ਹੀ ਘਰ ਵਿੱਚ ਕਿਵੇਂ ਹੈ, ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ। ਸੋਚੋ, ਆਪਣੇ ਹੀ ਘਰ, ਆਪਣੇ ਹੀ ਲੋਕਾਂ ਵਿੱਚ ਇੱਕ ਜਾਸੂਸ ਬਣ ਕੇ ਰਹਿਣਾ, ਹਰ ਵੇਲੇ ਇੱਕ ਭੇਦ ਛੁਪਾਣਾ, ਆਪਣੀ ਅਸਲੀਅਤ ਨੂੰ ਲੁਕੋ ਕੇ ਰੱਖਣਾ। ਤਾਂ ਇਹ ਕਵਿਤਾ ਸਾਨੂੰ ਇੱਕ ਬਹੁਤ ਵੱਡੇ ਤੇ ਅਣਸੁਲਝੇ ਸਵਾਲ ਦੇ ਨਾਲ ਛੱਡ ਜਾਂਦੀ ਹੈ ਕਿ ਕੋਈ ਕਿਵੇਂ ਜੀਵੇ ਜਦੋਂ ਉਸ ਦਾ ਆਪਣਾ ਘਰ ਹੀ ਇੱਕ ਬੇਗਾਨਾ ਦੇਸ਼ ਬਣ ਜਾਵੇ। ਜਦੋਂ ਵਾਪਸੀ ਦੇ ਸਾਰੇ ਰਾਹ ਬੰਦ ਹੋ ਜਾਣ ਤਾਂ ਫਿਰ ਇਨਸਾਨ ਜਾਵੇ ਤਾਂ ਜਾਵੇ ਕਿੱਥੇ। ਇਹ ਸਵਾਲ ਸਿਰਫ ਕਵੀ ਦਾ ਨਹੀਂ, ਇਹ ਹਰ ਉਸ ਰੂਹ ਦਾ ਸਵਾਲ ਹੈ ਜਿਸ ਨੂੰ ਕਿਸੇ ਸਦਮੇ ਨੇ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਹੋਵੇ।